नमस्कार, ओम शांति। सतगुरु करता पुरख 'ਚ ਅੱਜ ਫਿਰ ਤੁਹਾਡਾ ਸਵਾਗਤ ਕਰਦੀ ਹਾਂ। ਅਸੀਂ ਗੱਲ ਕਰਦੇ ਹਾਂ ਪ੍ਰਸ਼ਨ ਉੱਤਰਾਂ ਦੇ ਬਾਰੇ 'ਚ। ਅੱਜ ਫਿਰ ਤੁਹਾਡੇ ਵਰਗਾ ਕੋਈ ਨਾ ਕੋਈ ਪ੍ਰਸ਼ਨ ਲੈ ਕੇ ਹੀ ਆਏ ਹਾਂ। ਸਾਡੇ ਈਮੇਲ 'ਚ ਤੇ ਨਾਲੇ ਫੋਨ 'ਚ ਵੀ ਤੁਹਾਡੇ ਕੋਈ ਨਾ ਕੋਈ ਸਾਨੂੰ ਮੈਸੇਜ ਕਰਦੇ ਹੀ ਰਹਿੰਦੇ ਆ। ਆਈਏ ਪੁੱਛਦੇ ਹਾਂ ਸਾਡੇ ਨਿਰਵੈਰ ਭਾਈ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਜੀ, ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਹਾਂਜੀ ਭਾਜੀ, ਅੱਜ ਕੁਐਸਚਨ ਇੱਦਾਂ ਹੈ ਕਿ ਬਾਬਾ ਬੋਲਦਾ ਸੇਵਾ ਦੀ ਜਿਹੜੀ ਬੜੋਤਰੀ ਹੋਇਆ ਕਰਦੀ ਉਹ ਬਹੁਤ ਅੱਛੀ ਹੈ। ਨੇਤਾ ਵੀ ਆ ਗਏ, ਧਰਮ ਨੇਤਾ ਵੀ ਆ ਗਏ, ਅਭਿਨੇਤਾ ਵੀ ਆ ਗਏ, ਤਾਂ ਹੁਣ ਸੇਵਾ ਵਾਸਤੇ ਹੋਰ ਕੌਣ ਰਹਿ ਗਿਆ ਜਿਨ੍ਹਾਂ ਨੂੰ ਭਗਵਾਨ ਦਾ ਗਿਆਨ ਦੇਣਾ ਬਾਕੀ ਹੈ? ਮੈਂ ਸੋਚ ਰਿਹਾ ਸੀ ਕਿ ਆਮ ਜਨਤਾ ਜਿਹੜੀ ਆ ਉਹ ਨਾ ਨੇਤਾ ਹੈਗੀ ਹੈ, ਨਾ ਧਰਮ ਨੇਤਾ ਹੈਗੀ ਹੈ, ਨਾ ਅਭਿਨੇਤਾ ਹੈਗੀ ਹੈ। ਉਹ ਤੇ ਆਪਣੇ ਬੇਹੱਦ ਦਾ ਜਿਹੜਾ ਉਹਨਾਂ ਦਾ ਇਸ ਡਰਾਮਾ 'ਚ ਪਾਰਟ ਹੈ, ਭਾਵੇਂ ਪਰਿਵਾਰ 'ਚ ਰਹਿ ਕਰਕੇ, ਭਾਵੇਂ ਇਕੱਲਿਆਂ ਰਹਿ ਕਰਕੇ, ਉਸ ਪਾਰਟ ਨੂੰ ਖੁਸ਼ੀ ਖੁਸ਼ੀ ਆਪਣਾ ਕਾਮਯਾਬ ਹੋਣ ਉਹਦੇ 'ਚ ਉਹਦੇ ਉੱਪਰ ਧਿਆਨ ਦੇਣਾ ਜ਼ਰੂਰੀ ਹੈ। ਕਿਉਂ? ਜਦੋਂ ਵੀ ਕੋਈ ਚੁਣੌਤੀ ਆਉਂਦੀ ਹੈ, ਕੋਈ ਡਿਫਿਕਲਟੀਜ਼ ਆਉਂਦੀਆਂ ਹੀ, ਤੇ ਉਹ ਡਿਫਿਕਲਟੀਜ਼ ਨਾ ਤੇ ਜ਼ਿਆਦਾ ਰਾਜਨੇਤਾਵਾਂ ਦੇ ਸਾਹਮਣੇ ਆਉਂਦੀਆਂ, ਨਾ ਧਰਮ ਨੇਤਾ ਦੇ ਸਾਹਮਣੇ ਆਉਂਦੀਆਂ ਹੀ, ਨਾ ਅਭਿਨੇਤਾਵਾਂ ਦੇ ਸਾਹਮਣੇ ਆਉਂਦੀਆਂ ਹੀ, ਉਹ ਤੇ ਆਮ ਆਦਮੀ ਦੇ ਸਾਹਮਣੇ ਆਉਂਦੀਆਂ। ਤੁਸੀਂ ਆ ਥੋੜ੍ਹੇ ਦਿਨ ਪਹਿਲੇ ਦੇਖਿਆ ਜਦੋਂ ਇਹ ਚਾਰੋਂ ਤਰਫ ਵਾਇਰਸ ਦੇ ਕਾਰਨ ਲੋਕਡਾਊਨ ਹੋਇਆ, ਤੇ ਮਿਹਨਤ ਕਰਨ ਵਾਲੇ ਲੋਕ ਕੋਈ ਇੱਧਰੋਂ ਉੱਧਰ, ਉੱਧਰੋਂ ਇੱਧਰ ਆਉਣ ਜਾਣ ਦੇ ਵਿੱਚ ਇਤਨੇ ਵਿਚਾਰੇ ਹੈਰਾਨ ਹੋ ਗਏ। ਤੇ ਇਸ ਕਰਕੇ ਉਹਨਾਂ ਦਾ ਮਨੋਬਲ ਬਹੁਤ ਅੱਛਾ ਚਾਹੀਦਾ ਹੈ। ਜੀ ਭਾਜੀ, ਇਸ ਸਮੇਂ ਜਿਹੜਾ ਰਮਣੀਕ ਪਾਠ ਚੱਲਿਆ ਕਰਦਾ, ਲੇਕਿਨ ਜਿਹੜਾ ਫਾਈਨਲ ਜਿਹੜਾ ਦ੍ਰਿਸ਼ ਹੋਣਾ ਦੇਖਣੇ ਵਾਲਾ, ਉਹ 'ਚ ਤੁਸੀਂ ਸਾਕਸ਼ਾਤ ਮਤਲਬ ਇੱਕ ਕੁਐਸਚਨ ਪੁੱਛਿਆ ਕਿ ਅਸੀਂ ਸਾਕਸ਼ਾਤ ਕਰਾਣੇ ਵਾਲੇ ਹੋਣੇ ਜਾਂ ਕਰਨੇ ਵਾਲੇ ਹੋਣੇ, ਜਾਂ ਕਿਆ ਬੋਲ ਸਕਦੇ? ਪੁਰਸ਼ਾਰਥ ਜੋ ਕਰਨਗੇ ਉਹਦੇ ਹਿਸਾਬ ਨਾਲ ਹੀ ਤੁਸੀਂ ਆਪਣੀ ਸਥਿਤੀ ਨੂੰ ਜਿਤਨਾ ਉੱਚ ਬਣਾਉਣਗੇ ਹੋ, ਤੇ ਖੁਦ ਵੀ ਸਾਖਸ਼ਾਤਕਾਰ ਤੁਹਾਨੂੰ ਹੋਏਗਾ। ਆਉਣ ਵਾਲੇ ਜੋ ਵੀ ਇਵੈਂਟਸ ਹੈਗੇ ਆ ਉਹਦੇ ਬਾਰੇ 'ਚ ਤੁਹਾਨੂੰ ਪਹਿਲੇ ਤੋਂ ਪਤਾ ਲੱਗੇਗਾ ਕਿ ਕੀ ਹੋਣ ਵਾਲਾ ਹੀ, ਔਰ ਕਿਤਨੀ ਇੰਟੈਂਸਿਟੀ ਨਾਲ ਹੋਣ ਵਾਲਾ ਹੀ, ਔਰ ਉਹਦੇ ਵਾਸਤੇ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਲਓ। ਤੇ ਇੱਕ ਤੇ ਉਹ ਹੈ, ਔਰ ਦੂਸਰਾ ਹੈ ਕਿ ਅਗਰ ਤੁਹਾਨੂੰ ਆਪਣੀ ਸਥਿਤੀ 'ਤੇ ਪੂਰਾ ਕੌਨਫੀਡੈਂਸ ਹੈਗਾ, ਤੇ ਫਿਰ ਤੁਸੀਂ ਦੂਸਰਿਆਂ ਨੂੰ ਯੋਗਦਾਨ ਦੇ ਸਕਦੇ ਹੋ। ਪਰਮਾਤਮਾ ਦੇ ਯਾਦ 'ਚ ਰਹਿ ਕਰਕੇ, ਵਾਹਿਗੁਰੂ ਦੀ ਯਾਦ 'ਚ ਰਹਿ ਕਰਕੇ, ਔਰ ਜਿਹੜੇ ਪ੍ਰਕੰਪਨ ਤੁਹਾਡੇ ਮਤਲਬ ਵਾਈਬ੍ਰੇਸ਼ਨਸ, ਉਹ ਸਭ ਜੋ ਵੀ ਜਿਤਨੇ ਵੀ ਮਨੁੱਖ ਆਤਮਾ ਹੈਗੇ ਸਭ ਨੂੰ ਪਹੁੰਚ ਸਕਦੇ ਹੈ, ਲੇਕਿਨ ਉਹਦੇ ਵਾਸਤੇ ਤੁਹਾਡੀ ਬਹੁਤ ਟਾਈਮ ਦੀ ਪ੍ਰੈਕਟਿਸ ਚਾਹੀਦੀ ਹੈ। ਜੀ ਜੀ ਭਾਜੀ, ਬਾਬਾ ਨੇ ਮੁਰਲੀ 'ਚ ਬੋਲਿਆ ਥਾ ਕਿ ਸੇਵਾ 'ਚ ਯਾਦ ਦਾ ਬੈਲੈਂਸ, ਤੇ ਜਿਹੜੀ ਬੈਲੈਂਸ ਅਸੀਂ ਰੱਖਿਆ ਕਰਦੇ ਉਹ 'ਚ ਕਾਫੀ ਆਵਾਜ਼ ਬੁਲੰਦ ਹੋਏ ਕਰਦੀ ਸਾਡੀ ਵਿਸ਼ਵ 'ਚ। ਬਾਬਾ ਬੋਲਦੇ ਵਿਸਤਾਰ ਕਾਫੀ ਅੱਛਾ ਹੈ, ਤਾਂ ਵਿਸਤਾਰ ਦੇ ਬਾਅਦ ਹੋਰ ਕੀ ਹੋ ਸਕਦਾ? ਸਾਰ ਰੂਪ। ਉਹ ਵਿਸਤਾਰ ਤੋਂ ਬਾਅਦ ਹੁਣ ਦੇਖੋ ਸੰਖਿਆ ਬਹੁਤ ਹੋ ਗਈ ਜੀ। ਬ੍ਰਹਮਾ ਕੁਮਾਰੀ, ਬ੍ਰਹਮਾ ਕੁਮਾਰ, ਭਾਈ ਭੈਣਾਂ ਨੂੰ ਦੇਖੋ ਤੁਸੀਂ, ਬੜੀ ਸੰਖਿਆ 'ਚ ਹੈਗੇ ਆ, ਔਰ ਉਹਦੇ ਨਾਲ ਨਾਲ ਸਨੇਹੀ ਸਹਿਯੋਗੀ ਵੀ ਬਹੁਤ ਹੈਗੇ ਆ। ਲੇਕਿਨ ਸਭ ਦੀ ਜਿਹੜੀ ਆਪਣੀ
ਵਿਅਕਤੀਗਤ ਜੀਵਨ ਉਹ ਕਿਤਨੀ ਖੁਸ਼ਨੁਮਾ ਹੈਗੀ ਹੈ, ਉਹ ਕਿਤਨੀ ਆਧਿਆਤਮਿਕਮय ਹੈਗੀ ਹੈ, ਕਿਤਨੀ ਰੂਹਾਨੀਅਤ ਉਹਦੇ 'ਚ ਆਈ ਹੈ, ਕਿਤਨੀ ਪ੍ਰੈਕਟੀਕਲ ਲਾਈਫ 'ਚ ਤੁਹਾਡੇ ਇੱਕ ਦੇਖਣ 'ਚ ਆਏ ਕਿ ਬਈ ਹਾਂ ਜੀਵਨ ਹੋਏ ਤੇ ਇਹਨਾਂ ਵਰਗੀ ਹੋਏ, ਉਸ ਚੀਜ਼ ਦੀ ਬੜੀ ਜ਼ਰੂਰਤ ਹੈ। ਭਾਜੀ ਉਹੀ ਇੱਕ ਮੁੱਲੀ 'ਚ ਕੁਐਸਚਨ ਹੈ ਕਿ 2-4 ਜਨਮ ਕਮ ਹੋ ਸਕਦੇ ਜਾਂ ਫਿਰ ਬਹੁਤ ਕਾਲ ਦੀ ਗਿਣਤੀ ਹੋ ਸਕਦੀ, ਜਾਂ ਫਿਰ ਇਹ ਬੋਲ ਸਕਦੇ ਕਿ ਪਹਿਲਾ ਜਨਮ ਹੋਇਆ ਔਰ ਪਹਿਲੇ ਹੀ ਜਨਮ 'ਚ ਅਸੀਂ ਪ੍ਰਕਿਰਤੀ ਸ੍ਰੇਸ਼ਟ ਸੁਖ ਪਾਇਆ। ਵਨ ਮਤਲਬ, ਜਾਂ ਫਿਰ ਸਭ ਕਰਮ 'ਚ ਵਨ ਹੋ, ਉਹਦੇ ਵਾਸਤੇ ਕੀ ਕਰਨਾ ਪੈਣਾ? ਜਦੋਂ ਤੋਂ ਇਸ ਸ੍ਰਿਸ਼ਟੀ ਤੇ ਤੁਸੀਂ ਆਉਣਗੇ ਹੋ, ਮੇਰਾ ਕਹਿਣ ਦਾ ਭਾਵ ਹੈ ਜੋ ਵੀ ਆਤਮਾ ਆਪਣੇ ਪੁਰਸ਼ੋਤਮ ਸੰਗਮ ਯੁੱਗ ਦੇ ਪੁਰਸ਼ਾਰਥ ਦੇ ਅਨੁਸਾਰ ਸਤਯੁਗ ਤੋਂ ਲੈ ਕਰਕੇ ਜਦੋਂ ਆਉਣਾ ਸ਼ੁਰੂ ਹੁੰਦੇ ਨੇ, ਜੀ, ਜਦੋਂ ਤੋਂ ਇਸ ਸ੍ਰਿਸ਼ਟੀ ਤੇ ਦੁਬਾਰਾ ਆ ਕਰਕੇ ਜਨਮ ਲੈਣਗੇ ਔਰ ਫਿਰ ਪਹਿਲੇ ਜਨਮ ਤੋਂ ਲੈ ਕੇ ਅੰਤਿਮ ਜਨਮ ਤਾਈਂ 84 ਜਨਮ ਹੈ, ਉਹਦੇ ਹਿਸਾਬ ਨਾਲ ਘੱਟ ਹੈਗੇ ਆ, ਤੇ ਉਹਦੇ ਹਿਸਾਬ ਨਾਲ ਸਤੋ ਪ੍ਰਧਾਨ, ਸਤੋ, ਰਜੋ, ਤਮੋ, ਚਾਰੇ ਸਟੇਜਿਸ ਉਹਨਾਂ ਨੂੰ ਅੱਛੀ ਤਰ੍ਹਾਂ ਅਨੁਭਵ ਹੁੰਦੀਆਂ ਹੀ ਪਾਸ ਕਰਨਗੇ। ਇਹ ਨਹੀਂ ਕਿ ਸਿੱਧੇ ਬਸ ਆਏ ਔਰ ਤਮੋ ਪ੍ਰਧਾਨ 'ਚ ਆ ਗਏ, ਇਸ ਤਰ੍ਹਾਂ ਨਹੀਂ ਹੁੰਦਾ। ਲਾਸਟ ਤੇ ਕੋਈ 2 ਜਨਮ ਆਉਂਦਾ ਹੀ, ਕੋਈ 1 ਜਨਮ ਵੀ ਆਉਂਦਾ ਹੀ, ਉਹਦੇ 'ਚ ਵੀ 4 ਸਟੇਜ ਆਉਂਦੀ ਹੈ। ਜੀ ਹਾਂਜੀ ਭਾਜੀ, ਇੱਕ ਫੋਨ ਆਇਆ ਮੈਨੂੰ ਇੱਕ ਭਾਈ ਦਾ, ਉਹ ਬੋਲਦੇ ਕਿ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲੇ 'ਚ ਆਣੇ ਦੇ ਬਾਅਦ ਜਿਹੜਾ ਸੰਪਰਕ ਮਨੁੱਸ਼ਿਆ ਦੇ ਜਿਹੜਾ ਪ੍ਰਸ਼ਨ ਉੱਠਦਾ ਹੈ ਉਹ ਹੈ ਕਿ ਪਵਿੱਤਰਤਾ ਜਿਹੜੀ ਇੱਥੇ ਦੀ ਵਿਸ਼ੇਸ਼ ਮਤਲਬ ਮੁੱਖਿਆ ਹੈ। ਉਹਨਾਂ ਦਾ ਕਹਿਣਾ ਮਤਲਬ ਹੈ ਕਿ ਇਹਦਾ ਅਰਥ ਕੀ ਹੈ? ਕਿਆ ਸਿਰਫ ਅਸੀਂ ਸਰੀਰ ਤੇ ਹੀ ਬ੍ਰਹਮਚਾਰੀ ਰਹਿ ਸਕਦੇ ਜਾਂ ਕੁਝ ਹੋਰ ਵੀ ਗੱਲ ਹੈ ਪਵਿੱਤਰਤਾ ਦੇ ਬਾਰੇ 'ਚ? ਨਹੀਂ, ਇਹ ਤੇ ਸਾਡੀ ਗੁਰਬਾਣੀ 'ਚ ਵੀ ਬਹੁਤ ਕੁਝ ਗੱਲਾਂ ਇਹ ਲਿਖੀਆਂ ਹੋਈਆਂ ਹੀ, ਔਰ ਗੀਤਾ ਸ਼ਾਸਤਰ 'ਚ ਵੀ ਲਿਖੀਆਂ ਹੋਈਆਂ ਹੀ, ਔਰ ਹੁਣ ਈਸ਼ਵਰੀ ਗਿਆਨ ਦੇ ਜ਼ਰੀਏ ਵੀ ਪਤਾ ਲੱਗਦਾ ਹੈ ਕਿ ਮਨ ਵੀ ਪਵਿੱਤਰ ਚਾਹੀਦਾ, ਬਾਣੀ ਵੀ ਪਵਿੱਤਰ ਚਾਹੀਦੀ, ਦ੍ਰਿਸ਼ਟੀ ਵੀ ਪਵਿੱਤਰ ਚਾਹੀਦੀ, ਕਰਮ ਵੀ ਪਵਿੱਤਰ ਚਾਹੀਦੇ, ਕਿਉਂਕਿ ਪਵਿੱਤਰਤਾ ਇੱਕ ਆਪਣੇ ਕੌਨਸ਼ੀਅਸਨੈਸ ਚਾਹੀਦੀ ਹੈ। ਪਵਿੱਤਰਤਾ ਦਾ ਅਰਥ ਹੀ ਹੈ ਜਿਹਦੇ 'ਚ ਨੈਚੁਰਲ ਸੋਲ ਕੌਨਸ਼ੀਅਸਨੈਸ ਹੋਏ। ਆਤਮ ਸਰੂਪ ਦੀ ਸਥਿਤੀ ਜਿਹੜੀ ਹੈ ਉਹ ਸੁਭਾਵਿਕ ਰੂਪ 'ਚ ਸਾਡੇ ਦਿਲ 'ਚ ਹੋਣੀ ਚਾਹੀਦੀ ਹੈ, ਔਰ ਉਹਦੇ ਹਿਸਾਬ ਨਾਲ ਅਗਰ ਅਸੀਂ ਚੱਲਾਂਗੇ ਤਾਂ ਬੜੇ ਸੁਖੀ ਰਹਾਂਗੇ, ਸ਼ਾਂਤ ਰਹਾਂਗੇ, ਆਨੰਦ 'ਚ ਰਹਾਂਗੇ, ਅਤੀ ਇੰਦਰੀਏ ਸੁਖ ਅਨੁਭਵ ਹੁੰਦਾ ਰਹੇਗਾ। ਭਾਜੀ, ਸੰਗਮ ਯੁੱਗ ਦੀ ਕਿਹੜੀ ਵਿਸ਼ੇਸ਼ਤਾ ਜਿਹੜਾ ਸਾਰੇ ਕਲਪ 'ਚ ਨਹੀਂ ਹੋ ਸਕਦੀ? ਪਰਮਾਤਮਾ ਦਾ ਅਵਤਰਨ ਜਿਹੜਾ ਹੁੰਦਾ ਹੈ, ਪਰਮ ਪਿਤਾ ਪਰਮਾਤਮਾ ਸ਼ਿਵ ਦਾ ਇਸ ਸ੍ਰਿਸ਼ਟੀ ਤੇ ਅਵਤਰਨ ਹੋ ਕਰਕੇ, ਔਰ ਉਹ ਮਾਤ ਪਿਤਾ, ਬਾਪ ਦਾਦਾ ਜਾਂ ਟੀਚਰ ਦਾ ਰੂਪ ਜਾਂ ਸਤਿਗੁਰੂ ਦਾ ਰੂਪ ਜੋ ਉਹਨਾਂ ਦਾ ਪਾਰਟ ਹੈ, ਉਹ ਸਿਰਫ ਸੰਗਮ ਯੁੱਗ ਤੇ ਹੀ ਹੁੰਦਾ ਹੈ। ਔਰ ਅਸੀਂ ਪੁਰਸ਼ੋਤਮ ਸੰਗਮ ਯੁੱਗ 'ਚ ਹੀ ਉਹਨਾਂ ਦੇ ਸਨਮੁਖ ਆ ਸਕਦੇ ਹਾਂ, ਉਹਨਾਂ ਤੋਂ ਸਨਮੁਖ ਗਿਆਨ ਲੈ ਸਕਦੇ ਹਾਂ, ਉਹਨਾਂ ਤੋਂ ਗਤੀ ਸਦਗਤੀ ਪਾ ਸਕਦੇ ਹਾਂ, ਉਹਨਾਂ ਤੋਂ ਗਿਆਨ ਵੀ ਸਿੱਖਦੇ ਹਾਂ, ਔਰ ਸਹਿਜ ਰਾਜ ਯੋਗ ਦੀ ਜਿਹੜੀ ਸਿੱਖਿਆ ਹੈ ਉਹ ਵੀ ਪ੍ਰਾਪਤ ਕਰਦੇ ਹਾਂ। ਸਾਰੀਆਂ ਗੱਲਾਂ ਇਹ ਵੈਸੇ ਨਹੀਂ ਮਿਲਦੀਆਂ ਹੀ। ਭਗਤੀ ਮਾਰਗ 'ਚ ਅਸੀਂ ਬਹੁਤ ਟੱਕਰਾਂ ਖਾਧੀਆਂ, ਬਹੁਤ ਆਪਣਾ ਮਸਤਕ ਝੁਕਾਇਆ, ਔਰ ਬਲਕਿ ਬਾਬਾ ਦੇ ਹੱਸੀ 'ਚ ਕਦੀ ਕਹਿੰਦੇ ਸੀ ਕਿ ਸਿਰ ਰਗੜ ਕਰਕੇ ਸਿਰ ਇਹ ਬਿਲਕੁਲ ਟਿੱਪਰ ਹੀ ਘਿਸ ਗਈ ਹੈ, ਯਾਨੀ ਬਾਲ ਹੀ ਉੜ ਗਏ ਸਾਰੇ। ਤੇ ਲੇਕਿਨ ਇੱਕ ਇਤਨਾ ਹੀ ਕਹਾਂਗੇ ਕਿ ਇੱਕ ਮੋਸਟ ਅਪੋਰਚੂਨ ਟਾਈਮ ਜਿਹਨੂੰ ਕਿਹਾ ਜਾਂਦਾ ਹੈ ਕਿ ਪੁਰਸ਼ੋਤਮ ਸੰਗਮ ਯੁੱਗ,
ਉਹ ਸਮੇਂ ਹੈਗਾ ਹੀ ਜਦੋਂ ਪਰਮਾਤਮਾ ਦੇ ਇਸ ਸ੍ਰਿਸ਼ਟੀ ਤੇ ਸਵਯੰ ਅਵਤਰਿਤ ਹੋ ਕਰਕੇ ਮਾਨਵਤਾ ਨੂੰ ਗਾਈਡ ਕਰਨ ਦਾ ਟਾਈਮ ਹੈਗਾ ਹੀ। ਅਜੇ ਤਾਈਂ ਜੋ ਸੰਤ ਆਏ, ਮਹਾਤਮਾ ਆਏ, ਗੁਰੂ ਜੀ ਆਏ, ਸਭ ਆਏ ਤੇ ਉਹਨਾਂ ਨੇ ਇਸ਼ਾਰਾ ਉਧਰ ਕੀਤਾ, ਵਾਹਿਗੁਰੂ ਦੀ ਤਰਫ ਉਂਗਲੀ ਕੀਤੀ, ਏਕ ਓਂਕਾਰ ਦੀ ਤਰਫ ਉਂਗਲੀ ਕੀਤੀ, ਓਮ ਦੀ ਤਰਫ ਉਂਗਲੀ ਕੀਤੀ, ਓਮ ਦਾ ਉਚਾਰਨ ਕਰਨ ਵਾਸਤੇ ਕਿਹਾ ਗਿਆ। ਲੇਕਿਨ ਓਮ ਪਿਤਾ ਪਰਮਾਤਮਾ ਖੁਦ ਹੀ ਸਾਡੇ ਕੋਲ ਆ ਜਾਣ, ਇਸ ਤੋਂ ਵੱਡੀ ਹੋਰ ਕਿਸਮਤ ਕੀ ਹੋ ਸਕਦੀ। ਜੀ, ਤੇ ਨਾਲੇ ਪਾਵਰਫੁਲ ਵਾਤਾਵਰਣ ਬਣਾਉਣੇ ਦੀ ਯੁਕਤੀ ਕੀ ਹੋ ਸਕਦੀ? ਪਾਵਰਫੁਲ ਵਾਤਾਵਰਣ ਬਣਾਉਣ ਦਾ ਦੇਖੋ ਸਥੂਲ ਤਰੀਕੇ ਤੇ ਜਿਹੜੇ ਤੁਸੀਂ ਜਾਣਦੇ ਹੀ ਹੋ ਕਿ ਵਾਸ ਧੂਪ ਜਿਹਨੂੰ ਕਹਿੰਦੇ ਆ, ਥੋੜਾ ਧੂਪ ਜਲਾਓ, ਦੀਪਕ ਜਲਾਓ, ਅਗਰਬੱਤੀ ਜਲਾਓ, ਅੰਧੇਰਾ ਨਾ ਰਹੇ, ਬਦਬੂ ਨਾ ਰਹੇ, ਸਭ ਹਟੇ। ਪਰ ਇਹਦੇ ਨਾਲ ਨਾਲ ਕੁਛ ਵਾਤਾਵਰਣ ਆਪਣੇ ਜਿਵੇਂ ਕਮਰਿਆਂ ਦਾ, ਘਰਾਂ ਦਾ ਇਹੋ ਜਿਹਾ ਚਾਹੀਦਾ ਹੀ ਜਿਹਦੇ 'ਚ ਬੜੇ ਸੁੰਦਰ ਸੁੰਦਰ ਪਰਮਾਤਮਾ ਦੇ ਸਰੂਪ, ਪਰਮਾਤਮਾ ਦੇ ਔਰ ਦੇਵੀ ਦੇਵਤਿਆਂ ਦੇ ਚਿੱਤਰ ਵਗੈਰਾ ਹੋਣ ਜਿਨ੍ਹਾਂ ਨੂੰ ਦੇਖ ਕਰਕੇ ਮਨ ਖੁਸ਼ ਰਹੇ ਸਦਾ। ਔਰ ਫਿਰ ਇਸ ਦੇ ਸਾਥ ਸਾਥ ਜਿਤਨਾ ਅਭਿਆਸ ਕਰਨਗੇ ਉਹ ਤੇ ਘਰ ਦਾ ਵਾਤਾਵਰਣ ਮੈਡੀਟੇਸ਼ਨ ਦੇ ਅਭਿਆਸ ਦੇ ਕਾਰਨ ਬੜਾ ਸ਼ੁੱਧ ਹੁੰਦਾ ਜਾਂਦਾ ਹੀ ਔਰ ਬੜਾ ਸੁਖਦ ਹੁੰਦਾ ਜਾਂਦਾ ਹੀ। ਕੋਈ ਆ ਕਰਕੇ ਅੰਦਰ ਪੈਰ ਰੱਖੇਗਾ ਤੇ ਉਹਨਾਂ ਨੂੰ ਇਹੋ ਜਿਹਾ ਅਨੁਭਵ ਹੋਏਗਾ, ਵਾਹ ਇੱਥੇ ਤੇ ਬੜੀ ਸ਼ਾਂਤੀ ਹੈ, ਇੱਥੇ ਤੇ ਬੜਾ ਸੁੱਖ ਦਾ ਅਨੁਭਵ ਹੋ ਰਿਹਾ ਹੈ। ਜੀ, ਜਿੱਦਾਂ ਤੁਸੀਂ ਬੋਲਿਆ ਕਿ ਮਤਲਬ ਅਸੀਂ ਪਾਵਰਫੁਲ ਯੋਗ ਲਗਾਉਣੇ ਵਾਸਤੇ ਇਹ ਸਭ ਕਰੀਏ, ਲੇਕਿਨ ਬੋਲਦੇ ਸਹਿਜ ਰਾਜਯੋਗ ਕਰਨਾ, ਤਾਂ ਇੱਕ ਕਾਲ ਆਈ ਬੋਲਦੇ ਮੈਂ ਯੋਗ ਕਰਨਾ ਬੈਠਦਾ ਤਾਂ ਮੈਨੂੰ ਯੋਗ ਨਹੀਂ ਲੱਗਦਾ ਮੇਰੇ ਤੇ। ਸਹਿਜ ਰਾਜਯੋਗ ਮਤਲਬ ਸਹਿਜ ਯੋਗ ਕਿੱਦਾਂ ਕਰੀਏ? ਸਹਿਜ ਰਾਜਯੋਗ ਮੀਨਸ ਸਹਿਜ ਮਤਲਬ ਕਿੱਦਾਂ, ਜਿੱਦਾਂ ਬ੍ਰਹਮਾ ਨੂੰ ਦੇਖੀਏ ਪਹਿਲੇ ਜਾਂ ਸ਼ਿਵ ਬਾਬਾ ਨੂੰ ਦੇਖੀਏ? ਦੋਨਾਂ ਨੂੰ ਦੇਖੋ, ਇਕੱਠੇ ਦੇਖੋ। ਅੱਛਾ, ਬਾਪ ਦਾਦਾ ਨੂੰ ਦੇਖੋ, ਇਹਦੇ 'ਚ ਕੀ ਹੈ? ਦੇਖਣਾ ਬ੍ਰਹਮਾ ਬਾਬਾ ਦੇ ਮਸਤਕ ਦੇ ਜ਼ਰੀਏ ਸਾਨੂੰ ਸ਼ਿਵ ਬਾਬਾ ਦਾ ਸਾਖਸ਼ਾਤਕਾਰ ਹੋਇਆ ਹੈ ਜਾਂ ਸਾਨੂੰ ਅਨੁਭਵ ਹੋਇਆ, ਤੇ ਇਸ ਕਰਕੇ ਅਸੀਂ ਤਾਂ ਬਾਪ ਦਾਦਾ ਦੋਨਾਂ ਨੂੰ ਇਕੱਠੇ ਦੇਖਦੇ ਹਾਂ। ਲੇਕਿਨ ਗੱਲ ਇਹ ਹੈ ਕਿ ਤੁਸੀਂ ਆਪਣੇ ਮਨ ਨੂੰ ਕਿੱਥੇ ਰੱਖਦੇ ਹੋ ਉਸ ਵੇਲੇ, ਕਿਉਂਕਿ ਸ਼ਿਵ ਬਾਬਾ ਦਾ ਹੁਕਮ ਹੈ ਕਿ ਮਨ ਮੇਰੇ ਨਾਲ ਲਗਾਓ, ਮਨ ਮਨਾ ਭਾਵ। ਤੇ ਤੁਸੀਂ ਹੋਰ ਗੱਲਾਂ ਸੋਚਣਗੇ ਹੋ ਤੇ ਫਿਰ ਤੇ ਮਨ ਸ਼ਾਂਤ ਨਹੀਂ ਹੋਏਗਾ। ਇਸ ਕਰਕੇ ਸ਼ਾਂਤੀ ਦਾ ਸਾਗਰ ਉਹ ਪਰਮ ਪਿਤਾ ਪਰਮਾਤਮਾ ਹੈ, ਵਾਹਿਗੁਰੂ ਹੈ, ਸ਼ਿਵ ਬਾਬਾ ਹੈ। ਉਹਨਾਂ ਦੇ ਨਾਲ ਜੋਤੀ ਸਰੂਪ 'ਚ ਆਪਣੇ ਆਪ ਨੂੰ ਜਾਣ ਕਰਕੇ, ਪਰਮਾਤਮਾ ਨੂੰ ਵੀ ਜੋਤੀ ਸਰੂਪ ਜਾਣ ਕਰਕੇ, ਜਿਸ ਤਰ੍ਹਾਂ ਦੀਪਕ ਤੋਂ ਦੀਪਕ ਜਲਦਾ ਹੀ ਦੀਵਾਲੀ ਦੇ ਦਿਨਾਂ 'ਚ, ਇਸ ਤਰ੍ਹਾਂ ਤੁਸੀਂ ਥੋੜ੍ਹਾ ਜਿਹਾ ਅਭਿਆਸ ਕਰਕੇ ਦੇਖੋ ਕਿ ਤੁਸੀਂ ਆਤਮਾ ਜਾਗਦੀ ਜੋਤ ਜਿਹਨੂੰ ਕਹਿੰਦੇ ਆ, ਜਾਗੰਤੀ ਜੋਤ ਜਾਂ ਜਾਗਦੀ ਜੋਤ, ਉਸ ਰੂਪ 'ਚ ਬੈਠ ਕੇ ਦੇਖੋ ਤਾਂ ਤੁਹਾਨੂੰ ਬੜੀ ਸ਼ਾਂਤੀ ਦਾ ਅਨੁਭਵ ਹੋਏ। ਭਾਜੀ ਇੱਕ ਮਾਤਾ ਬੋਲਦੇ ਕਿ ਜਿਹੜੇ ਅਸੀਂ ਕਈ ਬ੍ਰਾਹਮਣ ਹੈ ਉਹਨਾਂ ਉੱਪਰ ਵੀ ਈਵਲ ਸੋਲ ਦਾ ਪ੍ਰਭਾਵ ਪੜਦਾ, ਉਸ ਸਮੇਂ ਕੀ ਕਰਨਾ ਚਾਹੀਦਾ ਸਾਨੂੰ? ਈਵਲ ਸੋਲ ਦਾ ਪ੍ਰਭਾਵ ਕਿਹਦੇ ਤੇ ਪੈਂਦਾ ਹੈ? ਜਿਹੜਾ ਕੋਈ ਵਾਤਾਵਰਣ ਨੂੰ ਪਵਿੱਤਰ ਨਹੀਂ ਰੱਖਦੇ ਜਾਂ ਆਪਣੇ ਸਰੀਰ ਨੂੰ ਪਵਿੱਤਰ ਨਹੀਂ ਰੱਖਦੇ ਜਾਂ ਆਪਣੇ ਮਨ ਨੂੰ ਪਵਿੱਤਰ ਨਹੀਂ ਰੱਖਦੇ, ਤਾਂ ਉਹਨਾਂ ਦੇ ਉੱਪਰ ਈਵਲ ਵਾਤਾਵਰਣ ਜਿਹੜਾ ਹੈ ਉਹ ਅਸਰ ਕਰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਸ ਕਰਕੇ ਜਿਸ ਤਰ੍ਹਾਂ ਅਸੀਂ ਦੇਖੋ ਗੁਰਦੁਆਰੇ ਜਾਣਾ ਹੋਏ ਜਾਂ ਮੰਦਰ ਜਾਣਾ ਹੋਏ ਤਾਂ ਕੀ ਕਰਦੇ ਹਾਂ? ਪਹਿਲੇ ਨਹਾ ਧੋ ਕਰਕੇ, ਕੱਪੜਾ ਸਾਫ਼ ਪਹਿਨ ਕਰਕੇ, ਬੜੀ ਭਾਵਨਾ ਨਾਲ ਗੁਰਦੁਆਰੇ ਜਾਣਾ ਹੀ ਤਾਂ ਮਨ 'ਚ ਵਾਹਿਗੁਰੂ ਵਾਹਿਗੁਰੂ ਕਰਦੇ ਜਾਵਾਂਗੇ। ਮੰਦਰ ਜਾਣਾ ਹੀ ਤੇ ਰਾਮ ਰਾਮ ਕਰਦੇ ਜਾਵਾਂਗੇ ਜਾਂ ਸ਼ਿਵ ਸ਼ਿਵ ਕਹਿੰਦੇ ਜਾਵਾਂਗੇ।
ਤਾਂ ਕਿ ਮਨ 'ਚ ਹੋਰ ਕੁਝ ਆਏ ਨਹੀਂ। ਤੇ ਸਾਰਾ ਅਗਰ ਤੁਸੀਂ ਆਪਣੀ ਆਂਤਰਿਕ ਜਿਹੜੀ ਤੁਹਾਡੀ ਸਥਿਤੀ ਹੈ ਉਸ ਨੂੰ ਬਿਲਕੁਲ ਨਿਰਮਲ, ਪਾਵਨ ਔਰ ਸ਼ਕਤੀਸ਼ਾਲੀ ਬਣਾ ਦਿਓ ਤੇ ਤੁਹਾਨੂੰ ਕੋਈ ਵੀ ਕਿਸੇ ਦਾ ਵੀ ਫਿਕਰ ਨਹੀਂ ਹੈ। ਭਾਵੇਂ ਤੁਸੀਂ ਅੱਧੀ ਰਾਤ ਨੂੰ ਸ਼ਮਸ਼ਾਨ 'ਚ ਚਲੇ ਜਾਓ, ਉੱਥੇ ਵੀ ਤੁਹਾਨੂੰ ਕੋਈ ਕੁਛ ਨਹੀਂ ਕਰੇਗਾ। ਲੇਕਿਨ ਪਹਿਲੇ ਤੋਂ ਅਗਰ ਮਨ 'ਚ ਡਰ ਹੈਗਾ ਭਾਈ ਉੱਥੇ ਤੇ ਪਤਾ ਨਹੀਂ ਕੀ ਹੋ ਜਾਏਗਾ, ਤਾਂ ਉਹ ਹੋਣਾ ਉਧਰੋਂ ਅੱਗਿਓਂ ਤਾਂ ਕੁਛ ਨਹੀਂ ਹੈ, ਪਰ ਤੁਹਾਡਾ ਆਪਣਾ ਹੀ ਜਿਹੜਾ ਮਨ ਹੈ ਉਹ ਹੀ ਤੁਹਾਨੂੰ ਕੀ ਕਹਿੰਦੇ ਹਾਰ ਖਿਲਾ ਦੇਗਾ। ਇਸ ਕਰਕੇ ਤੁਸੀਂ ਆਪਣੇ ਇਸ ਨਿਸ਼ਚੇ 'ਚ ਰਹੋ ਕਿ ਅਸੀਂ ਵਾਹਿਗੁਰੂ ਦੇ ਬੱਚੇ ਹਾਂ, ਪਰਮਾਤਮਾ ਦੇ ਬੱਚੇ ਹਾਂ। ਬੱਚੇ ਕਿਹਦੇ ਆ? ਸਰਵ ਸ਼ਕਤੀਵਾਨ ਪਰਮਾਤਮਾ ਦੇ ਬੱਚੇ ਆ, ਤੇ ਉਹ ਉਹਨਾਂ ਦੀ ਪ੍ਰੋਟੈਕਸ਼ਨ ਸਾਨੂੰ ਸਦਾ ਹੀ ਹੈਗੀ ਹੈ। ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਹੈ। ਲੇਕਿਨ ਬਾਬਾ ਦਾ ਕਹਿਣਾ ਹੀ, ਗਿਆਨੀ ਤੋਂ ਆਤਮਾ ਮੈਨੂੰ ਬਹੁਤ ਪਿਆਰੀ ਲੱਗਦੀ ਹੈ, ਯੋਗੀ ਤੋਂ ਆਤਮਾ ਬੜੀ ਪਿਆਰੀ ਲੱਗਦੀ ਹੈ, ਪਵਿੱਤਰ ਆਤਮਾ ਮੈਨੂੰ ਬੜੀ ਪਿਆਰੀ ਲੱਗਦੀ ਹੈ। ਤੇ ਇਸ ਕਰਕੇ ਤੁਸੀਂ ਬਾਬਾ ਦੇ ਜਿਹੜੇ ਕੀ ਕਹਿੰਦੇ ਉਹਨੂੰ ਮਿੱਠੇ ਮਿੱਠੇ ਸ਼ਬਦ ਹੈਗੇ ਆ, ਥੋੜ੍ਹਾ ਮਨ 'ਚ ਲਿਆ ਕੇ ਉਹਦੇ ਹਿਸਾਬ ਨਾਲ ਆਪਣੇ ਜੀਵਨ ਨੂੰ ਥੋੜ੍ਹਾ ਮੋਲਡ ਕਰੋ। ਬਸ ਮੋਲਡ ਕਰਨਾ ਜ਼ਰੂਰੀ ਹੈ। ਤੇ ਜਦੋਂ ਤੁਸੀਂ ਮੋਲਡ ਹੋਣਾ ਸਿੱਖ ਜਾਣਗੇ ਹੋ ਤੇ ਰੀਅਲ ਗੋਲਡ ਬਣ ਜਾਣਗੇ ਹੋ। ਜੀ ਭਾਜੀ, ਤੁਸੀਂ ਅੱਜ ਸਾਨੂੰ ਜਿਹੜੇ ਸਾਡੇ ਪ੍ਰਸ਼ਨ ਤੇ ਉਹਦਾ ਹੱਲ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।